ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਜਿਸ ਵਿੱਚ ਭਾਈ ਵਾਲਾ ਜੀ ਖਡੂਰ ਸਾਹਿਬ ਵਿਖੇ ਸਰਵਣ ਕਰਾ ਰਹੇ ਨੇ। ਜੋ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ ਕਿ ਰਾਏ ਬੁਲਾਰ ਜੀ ਨੂੰ ਅੰਤਮ ਉਪਦੇਸ਼ ਦੇਣਾ, ਤੁਲਸਾਂ ਦਾਸੀ ਦਾ ਪ੍ਰਸੰਗ, ਭਾਈ ਮਨਸੁਖ ਦਾ ਪ੍ਰਸੰਗ, ਇਹ ਤਿੰਨੇ ਪ੍ਰਸੰਗ ਆਪ ਜੀ ਇਕੱਠੇ ਸਰਵਣ ਕਰ ਚੁੱਕੇ ਹੋ, ਜਿਸ ਵਿੱਚ ਰਾਏ ਬੁਲਾਰ ਨੂੰ ਅੰਤਮ ਉਪਦੇਸ਼ ਦਿੱਤਾ। ਕਿਉਂਕਿ ਰਾਏ ਬੁਲਾਰ ਜੀ ਨੇ ਆਖਿਆ ਸੀ ਕਿ ਐ ਮੇਰੇ ਵਲੀ ਆਲਾ, ਆਪ ਕਿਰਪਾ ਕਰੋ, ਮੈਨੂੰ ਕੋਈ ਅੰਤਮ ਉਪਦੇਸ਼ ਦਿਓ, ਮੈਂ ਹੁਣ ਬਿਰਧ ਹੋ ਚੁੱਕਾ ਹਾਂ, ਸੋ ਕਿਰਪਾ ਕਰਕੇ ਮੈਨੂੰ ਕੋਈ ਐਸਾ ਉਪਦੇਸ਼ ਸੰਦੇਸ਼ ਦਿਓ ਤਾਂ ਕਿ ਮੈਂ ਜਨਮ ਮਰਨ ਤੋਂ ਰਹਿਤ ਹੋ ਜਾਵਾਂ, ਸਦਾ ਉਸ ਅੱਲਾ ਦੀ ਦਰਗਾਹ ਦੇ ਵਿੱਚ ਹਮੇਸ਼ਾ ਵਿਰਾਜਮਾਨ ਰਹਾਂ, ਜਨਮ ਮਰਨ ਕੱਟਿਆ ਜਾਏ। ਸੋ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਭਾਈ, ਮਨ ਬੁੱਧ ਚਿੱਤ ਹੰਕਾਰ, ਸੰਕਲਪ ਵਿਕਲਪ ਤੇ ਨਿਸ਼ਚਾ ਕਰਨਾ ਬੁੱਧ ਦਾ ਧਰਮ ਹੈ। ਤੇ ਮਨ ਬੁੱਧ ਚਿੱਤ ਹੰਕਾਰ ਆਤਮਾ ਨਹੀਂ, ਆਤਮਾ ਅਮਰ ਹੈ। ਨਾ ਕਿ ਉਸ ਨੂੰ ਮਾਰ ਸਕਦਾ ਹੈ, ਨਾ ਜਲਾ ਸਕਦਾ ਹੈ, ਨਾ ਕੱਟ ਸਕਦਾ ਹੈ, ਨਾ ਉਸ ਨੂੰ ਕੋਈ ਭੁੱਖ ਲੱਗਦੀ ਹੈ, ਨਾ ਪਿਆਸ ਲੱਗਦੀ ਹੈ। ਤੇ ਇਸ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਰਾਏ ਬੁਲਾਰ ਜੀ ਨੂੰ ਆਪਣੇ ਸਰੂਪ ਦਾ ਗਿਆਨ ਕਰਾ ਦਿੱਤਾ, ਤਾਂ ਉਸੇ ਸਮੇਂ ਰਾਏ ਬੁਲਾਰ ਜੀ ਕਹਿਣ ਲੱਗ ਪਏ ਕਿ ਐ ਮੇਰੇ ਨਾਨਕ, ਐ ਮੇਰੇ ਵਲੀ ਅਲਾ, ਆਪ ਜੀ ਨੇ ਜੋ ਕਿਰਪਾ ਕੀਤੀ ਹੈ, ਹੁਣ ਮੇਰੇ ਸਭ ਬੰਧਨ ਛੁੱਟ ਗਏ ਹਨ, ਮੈਨੂੰ ਹੁਣ ਜਨਮ ਮਰਨ ਦੀ ਫਾਹੀ ਵਿੱਚੋਂ ਛੁਟਕਾਰਾ ਹੋ ਗਿਆ ਹੈ। ਇਸੇ ਤਰ੍ਹਾਂ ਤੁਲਸਾ ਦਾਸੀ ਸੀ। ਸੋ ਉਸਨੇ ਜਦੋਂ ਜਾ ਕੇ ਸਤਿਗੁਰੂ ਜੀ ਨੂੰ ਜਗਾਉਣਾ ਕੀਤਾ, ਮਾਤਾ ਜੀ ਨੇ ਆਖਿਆ ਸੀ ਕਿ ਮੇਰੇ ਪੁੱਤਰ ਨਾਨਕ ਨੂੰ ਜਗਾਓ ਤਾਂ ਕਿ ਪ੍ਰਸ਼ਾਦ ਤਿਆਰ ਹੈ, ਛਕ ਲੈਣ। ਅੱਗੋਂ ਤੁਲਸਾ ਦਾਸੀ ਨੇ ਜਾ ਕੇ ਜਿਉਂ ਹੀ ਸਤਿਗੁਰੂ ਜੀ ਨੂੰ ਕਿਸੇ ਹੋਰ ਤਰੀਕੇ ਨਾਲ ਜਗਾਉਣਾ ਮੁਨਾਸਬ ਨਾ ਸਮਝਿਆ, ਸਤਿਗੁਰੂ ਜੀ ਦੇ ਪੈਰ ਦਾ, ਚਰਨ ਦਾ ਅੰਗੂਠਾ ਆਪਣੇ ਮੁੱਖ ਵਿੱਚ ਲੈ ਲਿਆ ਕਿ ਇਸੇ ਬਹਾਨੇ ਦੇ ਨਾਲ ਸਤਿਗੁਰੂ ਜੀ ਜਾਗ ਪੈਣਗੇ। ਅਤੇ ਜਦੋਂ ਇਸ ਤਰ੍ਹਾਂ ਕੀਤਾ ਗਿਆ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਣਾ ਦਿੱਤਾ। ਅਤੇ ਤੁਲਸਾ ਦਾਸੀ ਨੇ ਐਸੇ ਮਨ ਦੇ ਅੰਦਰ ਸਾਰਾ ਜੋ ਕੌਤਕ ਸੀ ਸੱਚੇ ਪਾਤਸ਼ਾਹ ਜੀ ਦਾ, ਕਿ ਭਾਈ ਮਨਸੁਖ ਦਾ ਜਹਾਜ਼ ਕਿਵੇਂ ਬੇੜਾ ਬੰਨੇ ਲਾ ਰਹੇ ਨੇ ਸੰਗਲਾਦੀਪ ਦੇ ਅੰਦਰ, ਉਹ ਸਾਰਾ ਦ੍ਰਿਸ਼ ਸਾਹਮਣੇ ਆ ਗਿਆ। ਅਤੇ ਜਦੋਂ ਸਤਿਗੁਰੂ ਜੀ ਦਾ ਐਸਾ ਕੌਤਕ ਦਾਸੀ ਤੁਲਸਾ ਨੂੰ ਪਤਾ ਲੱਗਿਆ ਤਾਂ ਉਹ ਬੌਰੀ ਹੋ ਗਈ, ਝੱਲੀ ਹੋ ਗਈ, ਆ ਕੇ ਮਾਤਾ ਜੀ ਨੂੰ ਕਹਿਣ ਲੱਗ ਪਈ ਕਿ ਤੁਸੀਂ ਆਖਦੇ ਹੋ ਕਿ ਨਾਨਕ ਨੂੰ ਜਗਾਓ, ਉਹ ਤਾਂ ਸਮੁੰਦਰ ਦੇ ਵਿੱਚ ਕਿਸੇ ਦਾ ਜਹਾਜ਼ ਬੇੜਾ ਬੰਨੇ ਲਾ ਰਿਹਾ ਹੈ, ਸੋ ਉਸ ਨੂੰ, ਉਹ ਤਾਂ ਇੱਥੇ ਹੈ ਹੀ ਨਹੀਂ, ਜਗਾਵਾਂ ਕਿਵੇਂ? ਅਤੇ ਮਾਤਾ ਜੀ ਆਪ ਗਏ, ਆਪ ਜਾ ਕੇ ਜਗਾਇਆ ਕਿ ਆਖਿਆ ਕਿ ਪੁੱਤਰ ਇਹ ਕੀ ਕਹਿੰਦੀ ਹੈ? ਤਾਂ ਸਤਿਗੁਰੂ ਜੀ ਸਮਝ ਗਏ ਕਿ ਇਹ ਅਜਰਜ ਨਾ ਜਰੀ ਜਾਣ ਵਾਲੀ ਸ਼ਕਤੀ, ਇਹ ਤੁਲਸਾ ਦਾਸੀ ਨੂੰ ਪਤਾ ਚੱਲ ਗਿਆ ਹੈ। ਇਸ ਕਰਕੇ ਕਹਿ ਦਿੱਤਾ ਕਿ ਇਹ ਕਮਲੀ ਹੋ ਗਈ ਹੈ, ਰਮਲੀ ਹੋ ਗਈ ਹੈ, ਮਾਤਾ ਜੀ ਤੁਹਾਨੂੰ ਨਹੀਂ ਪਤਾ। ਸੋ ਇਸ ਤਰ੍ਹਾਂ ਤੁਲਸਾ ਦਾਸੀ ਫਿਰ ਉਹ ਕਮਲੀ ਰਮਲੀ ਹੋ ਗਈ ਅਤੇ ਹਮੇਸ਼ਾ ਪਰਮੇਸ਼ਰ ਦੇ ਨਾਮ ਵਿੱਚ ਉਹਨੂੰ ਸੁਰਤੀ ਬਿਰਤੀ ਜੁੜ ਗਈ, ਸਤਿਗੁਰੂ ਜੀ ਦੀ ਪ੍ਰਤੱਖ ਸ਼ਕਤੀ ਨੂੰ ਵੇਖ ਕੇ। ਇਸੇ ਤਰ੍ਹਾਂ ਫਿਰ ਮਨਸੁਖ ਦਾ ਜੋ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ, ਅਤੇ ਮਨਸੁਖ ਨੂੰ ਰਾਜੇ ਸ਼ਿਵਨਾਮ ਨੇ ਕਹਿ ਦਿੱਤਾ ਸੀ ਕਿ ਆਪ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਹੋ ਜਿਹੇ ਹਨ ਕਿ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ। ਤਾਂ ਉਸ ਸਮੇਂ ਫਿਰ ਮਨਸੁਖ ਨੇ ਆਖ ਦਿੱਤਾ ਸੀ ਕਿ ਕਿਤੇ ਜਾਣ ਦੀ ਲੋੜ ਨਹੀਂ, ਸਿਰਫ ਧਿਆਨ ਦੀ ਲੋੜ ਹੈ। ਧਿਆਨ ਧਰੋ, ਨਾਮ ਜਪੋ, ਚੌਂਕੜਾ ਮਾਰ ਕੇ ਬੈਠੋ ਪਵਿੱਤਰਤਾ ਸਹਿਤ, ਅਤੇ ਜਦੋਂ ਤੁਹਾਡੀ
ਆਤਮਾ ਸ਼ੁੱਧ ਹੋ ਗਈ, ਮਨ ਬੁੱਧ ਚਿੱਤ ਹੰਕਾਰ ਫੁਰਨੇ ਮਿਟ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਪਹੁੰਚ ਗਈ ਤਾਂ ਉਸੇ ਸਮੇਂ ਮਨ ਸੁਖ ਆ ਕੇ ਸਾ ਸਮਝਾਉਣਾ ਕੀਤਾ ਰਾਜੇ ਸ਼ਿਵਨਾਵ ਨੂੰ, ਅਤੇ ਰਾਜਾ ਸ਼ਿਵਨਾਵ ਮਨ ਬਿਰਤੀ ਇਕਾਗਰ ਕਰਕੇ ਬੈਠ ਗਿਆ ਹੈ ਅਤੇ ਨਾਮ ਜਪਣ ਲੱਗ ਪਿਆ ਹੈ। ਸੋ ਭਾਈ ਮਨ ਸੁਖ ਦਾ ਪ੍ਰਸੰਗ ਵੀ ਆਪ ਜੀ ਨੇ ਸਰਵਣ ਕਰ ਲਿਆ ਹੈ। ਸੋ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪ੍ਰਸੰਗ ਭਾਈ ਬਾਲਾ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਤਲਵੰਡੀਓਂ ਗੁਰੂ ਪਾਤਸ਼ਾਹ ਜੀ ਤੁਰਨ ਲੱਗੇ ਹਨ ਆਪਣੇ ਨਿਸ਼ਾਨੇ ਵਾਸਤੇ ਕਿ ਕਿੱਥੇ ਕਿੱਥੇ ਸੰਗਤਾਂ ਨੂੰ ਤਾਰਨਾ ਹੈ। ਸੋ ਇਹ ਪ੍ਰਸੰਗ ਜੋ ਆ ਰਿਹਾ ਅੱਗੇ ਚੱਲ ਕੇ, ਭਾਈ ਵਾਲਾ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਕਿਉਂਕਿ ਜ਼ਿਕਰ ਹੈ ਖਡੂਰ ਸਾਹਿਬ ਦਾ, ਖਡੂਰ ਸਾਹਿਬ ਦੀਵਾਨ ਸਜਿਆ ਹੋਇਆ ਹੈ। ਦੀਵਾਨ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤਖਤ 'ਤੇ ਵਿਰਾਜਮਾਨ ਨੇ, ਨਾਲ ਬਾਬਾ ਬੁੱਢਾ ਜੀ ਵਿਰਾਜਮਾਨ ਨੇ ਉੱਚੀ ਜਗ੍ਹਾ 'ਤੇ, ਨਾਲ ਹੀ ਵਿਰਾਜਮਾਨ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਭਾਈ ਵਾਲਾ ਜੀ, ਉਹ ਵੀ ਉੱਚੀ ਜਗ੍ਹਾ 'ਤੇ ਵਿਰਾਜਮਾਨ ਨੇ। ਕੋਲੇ ਮੁਖੀ ਸਿੱਖ ਸਤਿਗੁਰੂ ਜੀ ਦੇ ਇੱਕ ਪਾਸੇ ਬੈਠੇ ਹਨ ਭਾਈ ਪਾਰੋ ਜੀ, ਭਾਈ ਧਿੰਗਾ ਜੀ, ਭਾਈ ਜੁਲਕਾ ਜੀ, ਭਾਈ ਜੀਵਾ ਜੀ, ਜਿਹੜੇ ਗੁਰੂ ਪਾਤਸ਼ਾਹ ਜੀ ਦਾ ਲੰਗਰ ਤਿਆਰ ਕਰਦੇ ਸਨ। ਨਾਲ ਹੀ ਲਿਖਾਰੀ ਭਾਈ ਪੈੜਾ ਮੋਖਾ ਜੀ ਕਾਗਜ਼ ਕਲਮ ਦਵਾਤ ਲੈ ਕੇ ਜੋ ਜੋ ਬਚਨ ਉਚਾਰਦੇ ਨੇ ਭਾਈ ਬਾਲਾ ਜੀ, ਉਹਨਾਂ ਨੂੰ ਨਾਲ ਦੀ ਨਾਲ ਲਿਖੀ ਜਾਂਦੇ ਹਨ। ਸੋ ਵੀ ਤਿਆਰ ਬੈਠੇ ਨੇ। ਸਾਹਮਣੇ ਸਿੱਖ ਸੰਗਤਾਂ ਮੌਜੂਦ ਨੇ, ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਇੱਕ ਪਾਸੇ ਬੈਠੇ ਨੇ। ਸੋ ਇੱਕ ਪਾਸੇ ਮਾਤਾਵਾਂ ਨੇ। ਸੋ ਸਾਰੇ ਹੀ ਬੜੇ ਸਤਿਕਾਰ ਨਾਲ ਉਤਸੁਕ ਨੇ, ਮਨ ਦੇ ਵਿੱਚ ਇਹ ਭਾਵਨਾ ਹੈ ਕਿ ਕਦੋਂ ਭਾਈ ਬਾਲਾ ਜੀ ਕਥਾ ਸਰਵਣ ਕਰਨ ਅਤੇ ਸਰਵਣ ਉਚਾਰਨ ਕਰਨ, ਅਸੀਂ ਸਰਵਣ ਕਰੀਏ। ਸੋ ਸਮਾਂ ਪਾ ਕੇ ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਸਤਿਗੁਰੂ ਜੀ ਤੋਂ ਆਗਿਆ ਲੈਣੀ ਚਾਹੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਕਿ ਭਾਈ ਮੇਰੇ ਗੁਰੂ ਨਾਨਕ ਦੀ ਕਥਾ ਸਰਵਣ ਕਰਾਓ। ਤਾਂ ਉਸ ਸਮੇਂ ਭਾਈ ਬਾਲਾ ਜੀ ਸਿੱਖ ਸੰਗਤਾਂ ਨੂੰ ਕਹਿਣ ਲੱਗੇ ਅਤੇ ਸਤਿਗੁਰੂ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਹੇ ਸਤਿਗੁਰੂ ਜੀ, ਜਦ ਸੰਗਲਾਦੀਪ ਦੇ ਰਾਜੇ ਨੂੰ ਗੁਰੂ ਜੀ ਦੇ ਦਰਸ਼ਨਾਂ ਦਾ ਬਹੁਤ ਪ੍ਰੇਮ ਜਾਗਿਆ ਤਾਂ ਕਈ ਭੇਖੀ ਪਖੰਡੀ ਸਾਧੂ ਆਪਣਾ ਨਾਮ ਨਾਨਕ ਰੱਖ ਰੱਖ ਕੇ ਉਸ ਨਗਰ ਵਿੱਚ ਗਏ। ਜਦ ਰਾਜਾ ਉਹਨਾਂ ਦੀ ਆਓ ਭਗਤ ਕਰਨ ਪਿੱਛੋਂ ਪ੍ਰਸ਼ਨ ਕਰਦਾ ਤਾਂ ਕੋਈ ਪੂਰਾ ਉੱਤਰ ਨਾ ਦਿੰਦਾ। ਜਦ ਇਸ ਪ੍ਰਕਾਰ ਬਹੁਤ ਸਾਰੇ ਨਾਲ ਰਾਜੇ ਦਾ ਵਾਹ ਪਿਆ ਅਤੇ ਸਾਰੇ ਪਖੰਡੀ ਲਪੋਟ ਸੰਖ ਹੀ ਦੇਖੇ ਤਾਂ ਆਪਣੀ ਖੇਚਲ ਬਚਾਉਣ ਵਾਸਤੇ ਨਗਰ ਦੀਆਂ ਸੁੰਦਰ ਗਨਕਾਵਾਂ ਨੂੰ ਹੁਕਮ ਦਿੱਤਾ ਕਿ ਜੋ ਕੋਈ ਨਵਾਂ ਸਾਧ ਫਕੀਰ ਇਸ ਨਗਰ ਵਿੱਚ ਆਵੇ, ਤੁਸੀਂ ਉਸ ਦੀ ਪ੍ਰੀਖਿਆ ਕਰਕੇ ਮੈਨੂੰ ਦੱਸੋ। ਉੱਥੇ ਅਨੇਕਾਂ ਹੀ ਫਕੀਰ ਆਏ ਜੋ ਉਹਨਾਂ ਸੁੰਦਰ ਇਸਤਰੀਆਂ ਨਾਲ ਧਰਮ ਭ੍ਰਸ਼ਟ ਹੋਏ। ਰਾਜੇ ਨੇ ਜਾਣਿਆ ਕਿ ਇਹ ਸਭ ਪਖੰਡੀ ਵਿਸ਼ਿਆਂ ਦੇ ਅਧੀਨ ਹਨ। ਇਹ ਕਹਿ ਕੇ ਨਿਰਾਸ਼ਤਾ ਨਾਲ ਠੰਡਾ ਹੌਕਾ ਲੈ ਕੇ ਕਿਹਾ ਕਿ ਪਤਾ ਨਹੀਂ ਗੁਰੂ ਜੀ ਕਦੋਂ ਦਰਸ਼ਨ ਦੇਣਗੇ। ਜਦ ਗੁਰੂ ਜੀ ਨੂੰ ਇਸ ਪ੍ਰਕਾਰ ਦੀ ਪ੍ਰੇਮ ਦੀ ਖਿੱਚ ਨੇ ਦੇਖਿਆ ਅਤੇ ਖਿੱਚਣਾ ਕੀਤਾ ਤਾਂ ਇੱਕ ਦਿਨ ਉਦਿਆਨ ਵਿੱਚ ਬੈਠ ਕੇ ਸਾਨੂੰ ਕਹਿਣ ਲੱਗੇ ਕਿ ਚਲੋ ਸੰਸਾਰ ਸੈਰ ਕਰਨ ਲਈ ਚੱਲੀਏ। ਕਿਤੇ ਪਾਪੀ, ਕਿਤੇ ਧਰਮੀ, ਕਿਤੇ ਦੁਖੀ, ਕਿਤੇ ਸੁਖੀ ਵਸਦੇ ਹਨ। ਉਹਨਾਂ ਦਾ ਸਭ ਦਾ ਦਰਸ਼ਨ ਪਰਸ਼ਨ ਕਰੀਏ। ਅਸਾਂ ਕਿਹਾ, ਮਹਾਰਾਜ ਅਸੀਂ ਤਿਆਰ ਹਾਂ, ਜਿੱਥੇ ਚੱਲੋ ਚੱਲਾਂਗੇ। ਗੁਰੂ ਜੀ ਆਪਣੇ ਘਰ ਆ ਗਏ ਤਾਂ ਮੈਂ ਮਾਤਾ ਜੀ ਨੂੰ ਕਿਹਾ ਕਿ ਗੁਰੂ ਜੀ ਹੁਣ ਦੇਸ਼ ਦਾ ਰਟਨ ਯਾਤਰਾ ਕਰਨ ਲਈ ਤਿਆਰ ਹੋ ਗਏ ਹਨ ਅਤੇ ਅਸੀਂ ਵੀ ਨਾਲ ਚੱਲੇ ਹਾਂ। ਮਾਤਾ ਜੀ, ਪਿਤਾ ਜੀ, ਚਾਚਾ ਜੀ, ਹੋਰ ਸਾਰੇ ਰਾਏ ਪਾਸ ਜਾ ਕੇ ਕਹਿਣ ਲੱਗੇ ਕਿ ਗੁਰੂ ਜੀ ਚੱਲੇ ਹਨ, ਜਿਸ ਤਰ੍ਹਾਂ ਹੋਵੇ ਉਹਨਾਂ ਨੂੰ ਘਰ ਰੱਖ ਲਓ, ਤੁਹਾਡੇ ਕਹੇ 'ਤੇ ਰਹਿ ਜਾਣਗੇ। ਰਾਏ ਜੀ ਨੇ ਕਿਹਾ, ਆਪਣਾ ਨੌਕਰ ਜਿਹਦਾ ਨਾਮ ਸੀ ਉਮੈਦਾ, ਉਹਨੂੰ ਭੇਜਿਆ। ਉਸਨੇ ਰਾਏ ਜੀ ਵੱਲੋਂ ਹੱਥ ਜੋੜ ਕੇ ਕਿਹਾ ਕਿ ਰਾਏ ਜੀ ਇੱਕ ਵੇਰਾ ਦਰਸ਼ਨ ਕਰਨਾ ਲੋਚਦੇ ਹਨ।
ਗੁਰੂ ਜੀ ਉਸੇ ਵੇਲੇ ਰਾਏ ਪਾਸ ਪਹੁੰਚ ਗਏ। ਰਾਏ ਨੇ ਮੰਜੇ ਤੋਂ ਉੱਠ ਕੇ ਬੰਦਨਾ ਕਰਕੇ ਕਿਹਾ ਕਿ ਤੁਹਾਡੇ ਮਾਤਾ ਪਿਤਾ ਬਿਰਹਾ ਕਰਕੇ ਬੜੇ ਵਿਆਕੁਲ ਹਨ। ਤੁਸੀਂ ਉਹਨਾਂ ਦੀਆਂ ਪੀੜਾਂ ਚੰਗੀ ਤਰ੍ਹਾਂ ਅਨੁਭਵ ਕਰਦੇ ਹੋ, ਸੋ ਜਾਂ ਤਾਂ ਉਹਨਾਂ ਨੂੰ ਵੀ ਗਿਆਨ ਦਿਓ ਜਾਂ ਪਾਸ ਰਹੋ। ਮੈਥੋਂ ਵੀ ਤੁਹਾਡਾ ਵਿਛੋੜਾ ਸਹਿਆ ਨਹੀਂ ਜਾਂਦਾ। ਗੁਰੂ ਜੀ ਕਿਹਾ ਸੀ ਤੁਹਾਡੇ ਨਾਲ ਪਰਛਾਵੇਂ ਵਾਂਗ ਹੋ। ਸਾਡਾ ਆਉਣਾ ਜਾਣਾ ਉਸ ਨਿਰੰਕਾਰ ਦੇ ਵੱਸ ਵਿੱਚ ਹੈ, ਸਾਡੇ ਵੱਸ ਵਿੱਚ ਨਹੀਂ। ਸੋ ਤੁਸੀਂ ਹੁਣ ਵਧੇਰੇ ਖਿੱਚ ਨਾ ਕਰੋ। ਇਹ ਕਹਿ ਕੇ ਵਿਦਿਆ ਹੋ ਕੇ ਘਰੋਂ ਆ ਗਏ। ਪਿੱਛੋਂ ਰਾਏ ਜੀ ਨੇ ਕਾਲੂ ਜੀ ਅਤੇ ਲਾਲੂ ਜੀ ਨੂੰ ਬਹੁਤ ਸਮਝਾ ਕੇ ਕਿਹਾ ਕਿ ਗੁਰੂ ਜੀ ਜਗਤਾ ਉਦਾਹਰਨ ਹਿੱਤ ਰੱਬ ਦਾ ਰੂਪ ਹੀ ਉਤਰ ਕੇ ਆਏ ਹਨ। ਤੁਸੀਂ ਉਹਨਾਂ ਨੂੰ ਖੁਸ਼ੀ ਨਾਲ ਵਿਦਿਆ ਕਰੋ। ਜਦ ਗੁਰੂ ਜੀ ਘਰ ਆਏ, ਮਾਤਾ ਜੀ ਨੇ ਪ੍ਰੇਮ ਨਾਲ ਪ੍ਰਸ਼ਾਦ ਛਕਾ ਕੇ ਕਿਹਾ, ਪੁੱਤਰ ਜੀ ਤੁਸੀਂ ਰਹਿੰਦੇ ਨਹੀਂ, ਸਾਡਾ ਕੋਈ ਜ਼ੋਰ ਤਾਂ ਨਹੀਂ। ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਕਿ ਹੇ ਪੁੱਤਰ, ਤੂੰ ਮੇਰਾ ਇਕਲੌਤਾ ਹੀ ਪੁੱਤਰ ਹੈ। ਮੇਰਾ ਕੰਮਕਾਰ ਸੰਭਾਲਦਾ ਤਾਂ ਮੈਂ ਬੇਫਿਕਰ ਹੁੰਦਾ, ਪਰ ਚੰਗਾ ਤੇਰੀ ਮਰਜ਼ੀ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਸੁਣਾ ਕੇ ਗੁਰੂ ਜੀ ਰਾਤ ਸੌਂ ਰਹੇ। ਸਵੇਰੇ ਤੜਕੇ ਉੱਠ ਕੇ ਬਾਹਰ ਇਸ਼ਨਾਨ ਕਰਨ ਲਈ ਗਏ ਤਾਂ ਅੱਗੋਂ ਕੋਈ ਖੂਹ ਨਾ ਵਗਦਾ ਦੇਖ ਕੇ ਬਚਨ ਕੀਤਾ, ਇੱਥੇ ਕੋਈ ਤਲਾਬ ਹੁੰਦਾ ਤਾਂ ਇਸ਼ਨਾਨ ਨੂੰ ਸੌਖ ਰਹਿੰਦਾ। ਰਾਏ ਨੇ ਸੁਣ ਕੇ ਸਵੇਰੇ ਹੀ ਤਲਾਬ ਪਟਵਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਨਾਮ ਨਾਨਕ ਸਰ ਰੱਖ ਦਿੱਤਾ। ਉਪਰੰਤ ਗੁਰੂ ਜੀ ਮੈਨੂੰ ਅਤੇ ਮਰਦਾਨੇ ਨੂੰ ਸੱਦ ਲਿਆ। 2 ਘੜੀ ਰਾਤ ਰਹਿੰਦੀ ਘਰੋਂ ਅਸੀਂ ਨਿਕਲ ਪਏ ਆਪਣੇ ਮਿਸ਼ਨ ਵੱਲ, ਉਦਾਸੀ ਵੱਲ ਕਿ ਜਿੱਧਰ ਜਾਣਾ ਸੀ। ਗੁਰੂ ਪਾਤਸ਼ਾਹ ਜੀ ਨੇ ਚਾਲਾ ਪਾ ਦਿੱਤਾ, ਨਾਲ ਅਸੀਂ ਹਾਂ। ਤੋ ਇਸ ਤਰ੍ਹਾਂ ਕਹਿੰਦੇ ਹੋਏ, ਦੋਹਰਾ ਮੰਦ ਮੰਦ ਗਤ ਸੁੰਦਰੀ, ਪਦ ਪਦ ਵੀ ਪਰ ਪਾਏ ਸੋ ਮੈਂ ਪੁੰਨ ਮਰਦਾਨਾ ਦਊ, ਸਤਿਗੁਰ ਪਿਛੈ ਜਾਏ। ਕਿ ਭਾਈ ਬਾਲਾ ਜੀ ਕਹਿਣ ਲੱਗੇ ਕਿ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਸਾਨੂੰ ਹੁਕਮ ਕਰਦੇ ਰਹੇ, ਉਸੇ ਤਰ੍ਹਾਂ ਹੀ ਅਸੀਂ ਦੋਨੇ ਸਤਿਗੁਰੂ ਜੀ ਦੇ ਪਿੱਛੇ ਚੱਲਦੇ। ਅਤੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਹੀ ਘਰੋਂ ਚੱਲ ਪਏ ਹਨ ਬਾਹਰ ਜਗਤ ਜਲੰਦੇ ਨੂੰ ਤਾਰਨ ਦੇ ਲਈ। ਅਸੀਂ ਨਾਲ ਹਾਂ ਸਤਿਗੁਰੂ ਜੀ। ਅਗਲਾ ਪ੍ਰਸੰਗ ਮੈਂ ਕੱਲ੍ਹ ਨੂੰ ਸਰਵਣ ਤੁਹਾਨੂੰ ਕਰਾਵਾਂਗਾ ਕਿ ਕਿਵੇਂ ਭਾਈ ਮਰਦਾਨੇ ਜੀ ਜੋ ਕਿਵੇਂ ਮੀਢਾ ਬਣਦੇ ਨੇ, ਭੇਡੂ ਬਣਾ ਲੈਂਦੀਆਂ ਨੇ, ਸੋ ਉਹ ਜਾਦੂਗਰਨੀਆਂ। ਸੋ ਸਾਰਾ ਪ੍ਰਸੰਗ ਮੈਂ ਆਪ ਜੀ ਨੂੰ ਕੱਲ੍ਹ ਨੂੰ ਸਰਵਣ ਕਰਾਵਾਂਗਾ ਕਿ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਜਾ ਕੇ ਸਾਰੀਆਂ ਲੋਕਾਈ ਨੂੰ ਤਾਰਦੇ ਨੇ ਜੋ ਅਗਿਆਨਤਾ ਦੇ ਹਨੇਰੇ ਵਿੱਚ ਹਨ, ਭਰਮ ਭੁਲੇਖੇ ਪਖੰਡਾਂ ਨੂੰ ਦੂਰ ਕਰਦੇ ਹੋਏ ਉਸ ਪਰਮੇਸ਼ਰ ਦੇ ਨਾਮ ਨੂੰ ਜਪਾਉਂਦੇ ਨੇ ਅਤੇ ਨਾਲ ਸਾਨੂੰ ਵੀ ਯਾਤਰਾ ਕਰਾਉਂਦੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਮੁਆਫੀ ਮੰਗੀ। ਭਾਈ ਬਾਲਾ ਜੀ ਨੇ ਆਖਿਆ ਕਿ ਸਤਿਗੁਰੂ ਜੀ ਮੈਂ ਕੱਲ੍ਹ ਨੂੰ ਆਪ ਜੀ ਨੂੰ ਪ੍ਰਸੰਗ ਸਰਵਣ ਕਰਾਵਾਂਗਾ, ਅਤੇ ਨਾਲ ਆਪਾਂ ਵੀ ਮੁਆਫੀ ਮੰਗਦੇ ਹਾਂ ਕਿ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕਿ ਜਿਵੇਂ ਜਿਵੇਂ ਲੜੀਵਾਰ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੱਲ ਰਹੀ ਹੈ, ਆਪਾਂ ਸਰਵਣ ਕਰਦੇ ਰਹੀਏ ਅਤੇ ਬਣੇ ਰਹੋ ਚੈਨਲ ਦੇ ਨਾਲ, ਤਾਂ ਕਿ ਜਿਵੇਂ ਜਿਵੇਂ ਉਪਦੇਸ਼ ਗੁਰੂ ਜੀ ਦਾ ਹੋਵੇ ਅਤੇ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਫਿਰ ਸਾਡਾ ਲੋਕ ਸੁਖੀਏ ਪਰਲੋਕ ਸੁਹੇਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।